हेलो दोस्तों, मैं इकबाल सिंह हंस कोचिंग ਤੋਂ। ਸਾਡਾ ਅੱਜ ਦਾ ਟੌਪਿਕ ਹੈ ਐਕਟਿਵ ਐਂਡ ਪੈਸਿਵ ਵੌਇਸ। ਇਹ ਇੰਗਲਿਸ਼ ਗ੍ਰਾਮਰ ਵਿੱਚ ਕਾਫੀ ਇੰਪੋਰਟੈਂਟ ਟੌਪਿਕ ਹੈ। ਤਾਂ ਆਓ ਸਮਝਦੇ ਹਾਂ। ਇਹ ਦੋ ਸੈਂਟੈਂਸ ਦੇਖੀਏ ਆਪਾਂ। ਰਾਕੇਸ਼ ਹੈਲਪਸ ਰਾਣੀ, ਰਾਣੀ ਇਜ਼ ਹੈਲਪਡ ਬਾय ਰਾਕੇਸ਼। ਦੋਹਾਂ ਸੈਂਟੈਂਸਸ ਦੇ ਮੀਨਿੰਗ ਇੱਕੋ ਹੀ ਹੈ, ਪਰ ਅਲੱਗ-ਅਲੱਗ ਤਰ੍ਹਾਂ ਨਾਲ ਕੰਸਟਰਕਟ ਕੀਤਾ ਗਿਆ ਇਸ ਨੂੰ। Both the sentences have the same meaning but different constructions. ਹੁਣ ਪਹਿਲੇ ਸੈਂਟੈਂਸ ਦੇ ਵਿੱਚ ਰਾਕੇਸ਼ ਰਾਣੀ ਦੀ ਹੈਲਪ ਕਰਦਾ ਹੈ। ਦੂਜੇ ਵਿੱਚ ਰਾਣੀ ਦੀ ਮਦਦ ਜਿਹੜੀ ਹੈ ਰਾਕੇਸ਼ ਦੁਆਰਾ ਕੀਤੀ ਜਾਂਦੀ ਹੈ। ਇਹ ਜਿਹੜਾ ਪਹਿਲਾ ਸੈਂਟੈਂਸ ਹੈ ਇਸ ਨੂੰ ਆਪਾਂ ਐਕਟਿਵ ਵੌਇਸ ਕਹਿੰਦੇ ਆ ਤੇ ਇਸ ਨੂੰ ਪੈਸਿਵ ਵੌਇਸ। ਰਾਣੀ ਇਜ਼ ਹੈਲਪਡ ਬਾय ਰਾਕੇਸ਼, ਇਹ ਪੈਸਿਵ ਵੌਇਸ ਹੈ। ਰਾਕੇਸ਼ ਹੈਲਪਸ ਰਾਣੀ, ਇਹ ਐਕਟਿਵ ਵੌਇਸ। ਹੁਣ ਜਿਹੜੇ ਦੋ ਸੈਂਟੈਂਸ ਸੀ, in first sentence the subject Rakesh is the doer of the action, he helps। ਪਹਿਲੇ ਸੈਂਟੈਂਸ ਦੇ ਵਿੱਚ ਰਾਕੇਸ਼ ਜਿਹੜਾ ਹੈ ਉਹ ਕੰਮ ਕਰ ਰਿਹਾ ਹੈ। ਕੀ ਕਰ ਰਿਹਾ ਹੈ? ਹੈਲਪ ਕਰ ਰਿਹਾ ਹੈ। The verb that expresses the action done by the subject is said to be in active voice। ਤੇ ਜਿਹੜਾ ਸਬਜੈਕਟ ਐਕਸ਼ਨ ਕਰ ਰਿਹਾ ਹੈ ਉਸ ਨੂੰ ਜਿਹੜਾ ਵਰਬ ਜਿਹੜਾ ਐਕਸਪ੍ਰੈਸ ਕਰਦਾ ਹੈ ਉਸ ਨੂੰ ਐਕਟਿਵ ਵੌਇਸ ਕਹਿੰਦੇ ਆ ਆਪਾਂ। ਸੈਕੰਡ ਸੈਂਟੈਂਸ ਦੇ ਵਿੱਚ ਸਬਜੈਕਟ ਰਾਣੀ ਇਜ਼ ਦਾ ਰਿਸੀਵਰ ਆਫ ਦਾ ਐਕਸ਼ਨ। ਦੂਜੇ ਸੈਂਟੈਂਸ ਦੇ ਵਿੱਚ ਰਾਣੀ ਜਿਹੜੀ ਹੈ ਉਹ ਐਕਸ਼ਨ ਨੂੰ ਰਿਸੀਵ ਕਰ ਰਹੀ ਹੈ। ਸ਼ੀ ਇਜ਼ ਹੈਲਪਡ, ਉਸ ਦੀ ਮਦਦ ਕੀਤੀ ਜਾ ਰਹੀ ਹੈ। ਤੇ ਜਿਹੜਾ ਵਰਬ ਐਕਸਪ੍ਰੈਸਸ ਵਾਟ ਇਜ਼ ਡਨ ਟੂ ਦਾ ਸਬਜੈਕਟ ਇਜ਼ ਸੈਡ ਟੂ ਬੀ ਇਨ ਪੈਸਿਵ ਵੌਇਸ। ਤੇ ਵਰਬ ਜਿਹੜਾ ਇਹ ਦੱਸਦਾ ਹੈ ਕਿ ਕਿਸ ਸਬਜੈਕਟ ਦੇ ਨਾਲ ਹੋ ਰਿਹਾ ਹੈ ਤੇ ਉਸ ਨੂੰ ਆਪਾਂ ਪੈਸਿਵ ਵੌਇਸ ਕਹਿੰਦੇ ਹਾਂ। Voice is the form of the verb which shows whether the subject does something or the subject has something done to it। Voice ਜਿਹੜਾ ਹੈ ਉਹ verb ਨੂੰ show ਕਰਦੀ ਹੈ ਇਹ ਦੱਸਣ ਵਾਸਤੇ ਕਿ subject ਕੁਝ ਕਰ ਰਿਹਾ ਹੈ ਜਾਂ subject ਦੇ ਨਾਲ ਕੁਝ ਹੋ ਰਿਹਾ ਹੈ। ਐਗਜ਼ਾਮਪਲ ਦੇਖਦੇ ਹਾਂ। He loves me, I am loved by him। They are cheering the king, the king is being cheered by them। The hunter shot the tiger was shot by the hunter। Ravi will teach the child will be taught by Ravi। ਹੁਣ ਆਪਾਂ ਇੱਥੇ ਲਫ਼ਜ਼ ਲਾਇਆ, ਇੱਥੇ am loved, ਇੱਥੇ are cheering, ਇੱਥੇ is being cheered। Shot the tiger, second form, was shot by the hunter। will teach, will be taught। ਇਹ ਰੂਲਸ ਜਿਹੜੇ ਨੇ ਇਹ ਵੌਇਸ ਦੇ ਰੂਲਸ ਆਪਾਂ ਸਮਝਦੇ ਹਾਂ ਅੱਗੇ ਕਿ ਕਿਵੇਂ ਬਣਾਉਂਦੇ ਆਪਾਂ ਐਕਟਿਵ ਵੌਇਸ ਤੋਂ ਪੈਸਿਵ ਵੌਇਸ। ਹੁਣ ਇਹ ਸੈਂਟੈਂਸ ਦੇਖੋ, he helps me, I am helped by him। ਹੁਣ ਆਪਾਂ ਕੀ ਕੀਤਾ ਇਹਦੇ ਚ? ਪਹਿਲਾ ਕੰਮ, the object of the active verb is put in subject position। ਜਿਹੜਾ ਆਬਜੈਕਟ ਹੈ ਐਕਟਿਵ ਵੌਇਸ ਦਾ ਉਸ ਨੂੰ ਆਪਾਂ ਸਬਜੈਕਟ ਬਣਾਇਆ। ਮੀ ਨੂੰ ਆਈ ਬਣਾ ਕੇ ਇੱਥੇ ਸਬਜੈਕਟ ਬਣਾ ਕੇ ਇੱਥੇ ਲਾਤਾ ਸਟਾਰਟਿੰਗ ਦੇ ਵਿੱਚ। ਫਿਰ ਕੀ ਕੀਤਾ ਆਪਾਂ? the passive form of the verb is to be supplied। verb ਦੀ ਜਿਹੜੀ ਪੈਸਿਵ ਫਾਰਮ ਹੈ the verb must agree with the subject। ਹੁਣ helps ਨੂੰ I am helped ਕਰਤਾ ਆਪਾਂ ਤੇ ਪਰ ਇਹ ਜਿਹੜਾ ਹੈ ਇਹ ਸਬਜੈਕਟ ਦੇ ਨਾਲ ਐਗਰੀ ਕਰਨਾ ਚਾਹੀਦਾ। ਜਿਵੇਂ I ਹੈ ਤਾਂ ਇਸ ਕਰਕੇ am ਲਗਾਇਆ। ਜੇ ਇੱਥੇ ਕੋਈ ਹੋਰ ਹੁੰਦਾ he ਤਾਂ is ਲਗਾਉਂਦੇ ਆਪਾਂ, they ਹੁੰਦਾ ਤਾਂ are ਲਗਾਉਂਦੇ। ਇਸ ਕਰਕੇ ਵਰਬ ਨੂੰ ਸਬਜੈਕਟ ਦੇ ਨਾਲ ਐਗਰੀ ਵੀ ਕਰਨਾ ਚਾਹੀਦਾ ਹੈ। ਹੈਲਪਸ ਦਾ I am helped ਕੀਤਾ। ਫਿਰ ਉਸ ਤੋਂ ਬਾਅਦ the subject of the verb in the active voice is made the object of the verb in the passive voice। ਹੁਣ ਜਿਹੜਾ ਸਬਜੈਕਟ ਐਕਟਿਵ ਦੇ ਵਿੱਚ ਹੈਗਾ he, ਉਸ ਨੂੰ ਆਪਾਂ ਆਬਜੈਕਟ ਬਣਾਇਆ ਪੈਸਿਵ ਦੇ ਵਿੱਚ him ਤੇ ਨਾਲ ਇੱਕ ਪ੍ਰੈਪੋਜੀਸ਼ਨ ਲਾਈ by him ਤੇ ਇਸ ਨੂੰ ਚੇਂਜ ਕੀਤਾ। he helps me, I am helped by him।
ਹੁਣ ਟੈਂਸਿਸ ਦੇ ਹਿਸਾਬ ਨਾਲ ਰੂਲਸ ਕਿਵੇਂ ਫੋਲੋ ਕਰਦੇ ਹਾਂ ਆਪਾਂ ਐਕਟਿਵ ਪੈਸਿਵ ਦੇ ਵਿੱਚ, ਆਓ ਦੇਖਦੇ ਹਾਂ। ਪ੍ਰੈਜ਼ੈਂਟ ਇਨਡੈਫੀਨਿਟ ਟੈਂਸ, ਹੀ ਰਾਈਟਸ ਅ ਲੈਟਰ। ਇਨਡੈਫੀਨਿਟ ਦੇ ਵਿੱਚ ਫਸਟ ਫਾਰਮ ਆਫ ਵਰਬ ਯੂਜ਼ ਕਰਦੇ ਹਾਂ ਆਪਾਂ, ਐਸ ਜਾਂ ਈਐਸ ਲਾਉਂਦੇ ਹਾਂ ਵਰਬ ਦੇ ਨਾਲ, ਜੇ ਜਿਹੜਾ ਸਬਜੈਕਟ ਹੈ ਉਹ ਥਰਡ ਪਰਸਨ ਕੱਲਾ ਹੋਵੇ ਤਾਂ, ਥਰਡ ਪਰਸਨ ਸਿੰਗੂਲਰ। ਤੇ ਜੇ ਐਕਟਿਵ ਵੌਇਸ ਦੇ ਵਿੱਚ ਫਸਟ ਫਾਰਮ ਹੈ, ਪ੍ਰੈਜ਼ੈਂਟ ਇਨਡੈਫੀਨਿਟ ਹੈ, ਤਾਂ ਆਪਾਂ ਪੈਸਿਵ ਦੇ ਵਿੱਚ ਇਜ਼, ਐਮ, ਆਰ ਤੇ ਥਰਡ ਫਾਰਮ ਲਾਵਾਂਗੇ। He writes a letter is written by him. Writes first form, is and third form, is, am, are third form. Continuous, present continuous tense, he is writing a letter। Continuous ਦੇ ਵਿੱਚ is, am, are ਹੁੰਦਾ ਤੇ verb ਦੀ first form ਨਾਲ ing ਲੱਗਿਆ ਹੁੰਦਾ। ਆਪਾਂ passive ਦੇ ਵਿੱਚ ਕੀ ਕਰਾਂਗੇ, is, am, are ਤਾਂ ਉਦਾਂ ਹੀ ਰਹੇਗਾ, ਸਬਜੈਕਟ ਦੇ ਹਿਸਾਬ ਨਾਲ ਉਸਨੂੰ ਚੇਂਜ ਕਰ ਲਾਂਗੇ, ਪਰ is, am, are ਲੱਗੇਗਾ, ਨਾਲ ਲੱਗੇਗਾ being ਤੇ third form। He is writing a letter is being written by him। is, am, are ing ਤੇ passive ਦੇ ਵਿੱਚ is, am, are being ਤੇ third form। present perfect tense, he has written a letter, has, have and third form ਤੇ passive ਦੇ ਵਿੱਚ has been, have been ਤੇ third form। has been, he has written a letter has been written by him, has been third form या have been ਤੇ third form लगता है। perfect continuous, present perfect continuous, he has been writing a letter, इसका passive voice नहीं ਹੁੰਦਾ। आओ past tense ਨੂੰ देखते हैं। past indefinite tense, he wrote a letter, past indefinite ਦੇ ਵਿੱਚ second form of verb या फिर did not लगता है या did ਆਉਂਦਾ ਹੈ question ਦੇ ਵਿੱਚ। second form of verb ਹੋਵੇ past indefinite ਦੇ ਵਿੱਚ ਆਪਾਂ was, were ਤੇ third form ਲਾਣਾ ਹੈ। was, were ਤੇ third form passive ਵਿੱਚ। he wrote a letter was written by him। past continuous tense, he was writing a letter, was, were ਤੇ ing passive ਦੇ ਵਿੱਚ was, were being ਤੇ third form। continuous ਦੇ ਵਿੱਚ he was writing a letter was being written by him। past perfect tense, he had written a letter, had the third form ਤੇ passive ਦੇ ਵਿੱਚ had been the third form written। he had written a letter had been written by him। past perfect continuous, he had been writing a letter, no passive voice ਇਹਦਾ ਨਹੀਂ ਬਣਦਾ ਹੈ। future tense, future indefinite, he will write a letter, will, shall ਤੇ first form ਤੇ passive ਦੇ ਵਿੱਚ will be, shall be third form। he will write a letter will be written by him। future continuous, he will be writing a letter, ਇਸ ਦਾ passive voice ਨਹੀਂ ਹੁੰਦਾ ਹੈ। future perfect tense, he will have written a letter, will have ਤੇ third form ਤੇ passive ਦੇ ਵਿੱਚ will have been, shall have been ਤੇ third form। he will have written a letter will have been written by him ਤੇ perfect continuous, ਇਸ ਦਾ passive voice ਨਹੀਂ ਹੁੰਦਾ ਹੈ। he had been writing a letter, no passive voice। ਹੁਣ ਕੁਝ ਸੈਂਟੈਂਸ ਹੁੰਦੇ ਨੇ ਜਿਨ੍ਹਾਂ ਦੇ ਆਬਜੈਕਟ ਦੋ ਹੁੰਦੇ ਨੇ, two objects। ਇਹੋ ਜਿਹੇ ਸੈਂਟੈਂਸ ਦੇਖਦੇ ਹਾਂ। he told me a story, ਇਸ ਵਿੱਚ he ਜਿਹੜਾ ਸਬਜੈਕਟ, told verb ਯਾਨੀ verb ਦੀ second form ਤੇ ਇਹਦੇ ਵਿੱਚ me ਅਤੇ a story, ਇਹ ਦੋ ਆਬਜੈਕਟ ਹਨ। ਆਪਾਂ ਕਿਸੇ ਨੂੰ ਇੱਕ ਨੂੰ ਲੈ ਕੇ ਪੈਸਿਵ ਵੌਇਸ ਬਣਾ ਸਕਦੇ ਹਾਂ। ਪਹਿਲੇ ਇਹ ਸਟੋਰੀ ਲਈਏ ਆਪਾਂ, ਤਾਂ ਇਹ ਸਟੋਰੀ ਹੁਣ told second form ਹੈ ਤਾਂ was, were third form ਆਏਗੀ। ਇਹ ਸਟੋਰੀ was told to me by him, ਇਹ ਸਟੋਰੀ was told to me by him। ਤੇ ਜੇ ਆਪਾਂ me ਤੋਂ ਬਣਾਉਣ ਦੀ ਕੋਸ਼ਿਸ਼ ਕਰੀਏ ਜਿਹੜਾ ਇਹ ਆਬਜੈਕਟ ਹੈ, ਤਾਂ I me ਦਾ I ਹੋ ਜਾਏਗਾ। I was told a story by him। ਤੇ ਇਸ ਤਰ੍ਹਾਂ ਆਪਾਂ ਜੇ ਦੋ ਆਬਜੈਕਟ ਹੋਣ ਕਿਸੇ ਇੱਕ ਨੂੰ ਲੈ ਕੇ ਆਪਾਂ ਪੈਸਿਵ ਵੌਇਸ ਬਣਾ ਸਕਦੇ ਹਾਂ। Ronnie will give you a present, ਆਬਜੈਕਟ ਦੋ ਨੇ you ਤੇ a present। will ਲੱਗਿਆ ਹੋਇਆ, ਫਸਟ ਫਾਰਮ ਲੱਗੀ ਹੋਈ ਹੈ ਤੇ ਆਪਾਂ will be ਤੇ ਥਰਡ ਫਾਰਮ ਲਾਵਾਂਗੇ।
ਪੈਸਿਵ ਦੇ ਵਿੱਚ। ਤਾਂ ਆਪਾਂ ਸ਼ੁਰੂ ਕਰੀਏ A present ਤੋਂ। A present will be given to you by Ronnie, ਜਾਂ ਫਿਰ you ਤੋਂ ਸ਼ੁਰੂ ਕਰੀਏ ਤਾਂ you will be given a present by Ronnie। ਇਸ ਤਰ੍ਹਾਂ ਦੋ ਆਬਜੈਕਟਸ ਜੇ ਹੋਣ ਤਾਂ ਆਪਾਂ ਚੇਂਜ ਕਰ ਸਕਦੇ ਹਾਂ ਕਿਸੇ ਨਾਲ, ਕਿਸੇ ਇੱਕ ਨੂੰ ਵੀ ਯੂਜ਼ ਕਰਕੇ ਆਪਾਂ ਚੇਂਜ ਕਰ ਸਕਦੇ ਹਾਂ। He teaches us English। ਹੁਣ ਇਸ ਦੇ ਵਿੱਚ ਵੀ ਪਹਿਲੇ ਇੰਗਲਿਸ਼ ਨਾਲ ਸ਼ੁਰੂ ਕਰੀਏ ਤਾਂ English is taught to us by him। is taught ਕਿਉਂ ਲਾਇਆ? ਕਿਉਂਕਿ ਫਸਟ ਫਾਰਮ ਲੱਗੀ ਹੈ, ਇਸ ਕਰਕੇ is am are ਥਰਡ ਫਾਰਮ ਲੱਗੇਗੀ। ਜੇ us ਤੋਂ ਸ਼ੁਰੂ ਕਰਨਾ ਹੋਵੇ ਤਾਂ we are taught English by him। Verb followed by prepositions। ਜੇ preposition follow ਕਰਦੀ ਹੋਵੇ verb ਤੋਂ ਬਾਅਦ ਤਾਂ ਆਪਾਂ ਇਸ ਨੂੰ ਉਸ ਤਰ੍ਹਾਂ ਹੀ ਨਾਲ ਰਹਿਣ ਦਿੰਦੇ ਹਾਂ, ਜਿਵੇਂ she laughed at the old man। laughed at second form ਹੈ, ਇਸ ਕਰਕੇ was were third form। the old man was laughed at by her। at ਨੂੰ ਆਪਾਂ verb ਦੇ ਨਾਲ ਹੀ ਰਹਿਣ ਦੇਣਾ ਹੈ preposition। the old man was laughed at by her। he listened to me। listened to second form, ਤਾਂ ਆਪਾਂ was were third form ਲਾਵਾਂਗੇ। I was listened to by him। he stared at you। you were stared at by him। he will object to my plan। object to my plan will be objected to by him। ਤੇ ਆਪਾਂ ਇਸ ਤਰ੍ਹਾਂ preposition ਨੂੰ ਨਾਲ ਹੀ ਰਹਿਣ ਦੇਣਾ ਹੈ। imperative sentences। carry it home। let it be carried home। ਆਪਾਂ ਕੀ ਕੀਤਾ? let ਲਗਾ ਕੇ it ਨੂੰ subject ਬਣਾ ਲਿਆ, let it ਤੇ be ਲਗਾ ਕੇ third form ਲਗਾ ਦਿੱਤੀ। let it be carried home। let ਉਸ ਤੋਂ ਬਾਅਦ subject, ਫਿਰ verb ਦੀ third form be ਲਗਾ ਕੇ let it be carried home। do it at once। do it, let it be done at once। write a letter to your brother। let a letter be written to your brother by you। do not beat the dog। ਹੁਣ not ਵਾਲਾ sentence ਤਾਂ ਆਪਾਂ let ਤੋਂ ਬਾਅਦ not ਲਗਾਵਾਂਗੇ। let not the dog be beaten। let not the dog be beaten। not ਜਿਹੜਾ let ਦੇ ਨਾਲ ਲਾ ਕੇ ਆਪਾਂ ਨੈਗੇਟਿਵ ਵਾਲਾ imperative sentence ਚੇਂਜ ਕਰ ਲਿਆ। ਹੋਰ imperative sentence ਦੇਖਦੇ ਹਾਂ ਆਪਾਂ। help me। let me be helped, ਜਾਂ ਫਿਰ ਆਪਾਂ ਇਦਾਂ ਵੀ ਕਹਿ ਸਕਦੇ ਹਾਂ you are requested to help me। you are requested to ਲਗਾ ਕੇ help me ਨੂੰ ਉਦਾਂ ਹੀ ਲਾਤਾ ਨਾਲ। ਇਹ ਦੋ ਤਰ੍ਹਾਂ ਨਾਲ ਚੇਂਜ ਕਰ ਸਕਦੇ ਹਾਂ ਆਪਾਂ। don't touch it। let it not be touched, ਜਾਂ ਫਿਰ you are warned not to touch it। work hard। you are advised to work hard। get out। you are ordered to get out। ਇਹ imperative sentence ਆਪਾਂ ਇਸ ਤਰ੍ਹਾਂ ਚੇਂਜ ਕਰ ਸਕਦੇ ਹਾਂ। interrogative sentences, question ਵਾਲੇ। ਐਕਟਿਵ ਵੌਇਸ ਜਿਹੜਾ ਹੈ do the children play football। present indefinite ਦੇ ਵਿੱਚ do ਲੱਗਿਆ ਹੈ, first form ਲੱਗੀ ਹੈ, ਤਾਂ ਆਪਾਂ is am are third form ਲਾਵਾਂਗੇ। is do the children play football। is football played by the children। do ਤੇ first form, is am are third form। is football played by the children। did Alpna invite you। did यानी कि past indefinite, ਆਪਾਂ ਇਸ ਕਰਕੇ was were ਤੇ third form ਲਾਵਾਂਗੇ। were you invited by Alpna। have you finished the work। have ਤੇ third form। has the work been finished by you। has have third form ਪਰ ਚੇਂਜ ਕਰਿਆ, has been have been ਤੇ third form ਨਾਲ। has the work
been finished by you. Will he give me a prize? Will shall first form, will be shall be ਤੇ third form लगदी है. Will a prize be given to me by him? ਇਹ ਦੋ ਆਬਜੈਕਟ ਨੇ, me ਤੇ a prize. ਆਪਾਂ a prize ਨੂੰ ਪਹਿਲੇ ਲੈ ਕੇ ਇਸ ਨੂੰ ਚੇਂਜ ਕਰ ਲਿਆ. Will a prize be given to me by him? Can anybody cure it? Can anybody cure it? Can ਦੇ ਨਾਲ can be ਤੇ third form ਲੱਗਦੀ ਹੈ, ਇਸ ਕਰਕੇ can it be cured? Can it be cured? Anybody ਆਪਾਂ ਇਗਨੋਰ ਕਰ ਸਕਦੇ ਹਾਂ, ਕਿਉਂਕਿ ਕੋਈ ਵੀ ਕੰਮ ਕਰਦਾ ਹੈ ਤਾਂ anybody ਆਪਾਂ ਲਾਉਂਦੇ ਹਾਂ ਤੇ ਹਟਾ ਦਿੰਦੇ ਹਾਂ. ਕੁਝ ਹੋਰ ਇੰਟਰੋਗੇਟਿਵ ਸੈਂਟੈਂਸ. Who killed the snake? Who ਨੂੰ ਆਪਾਂ ਚੇਂਜ ਕੀਤਾ by whom ਦੇ ਵਿੱਚ. By whom was the snake killed? ਹੁਣ second form killed ਹੈ, ਇਸ ਕਰਕੇ was were third form. By whom was the snake killed? Whom did you laugh at? Whom ਨੂੰ who ਦੇ ਵਿੱਚ ਚੇਂਜ ਕਰਾਂਗੇ ਤੇ did ਲੱਗਿਆ ਇਸ ਕਰਕੇ, ਕਿਉਂਕਿ ਇਹ past indefinite ਹੈ, ਇਸ ਕਰਕੇ was were third form लगेगी. Who was laughed at by you? ਹੁਣ laugh ਤੇ at ਜਿਹੜਾ preposition ਹੈ ਨਾਲ ਹੀ ਲੱਗੀ ਰਹਿਣ ਦੇਣੀ ਹੈ ਆਪਾਂ. Who was laughed at by you? Why did he punish you? Did यानी कि past indefinite, was were third form लगेगी. Why were you punished by him? Why did he punish you? Why were you punished by him? What do you want? Do first form यानी कि present indefinite, is am are third form लगेगा. What is wanted by you? What is wanted by you? When will they read it? Will the first form, will be shall be third form लगेगी. When will it be read by them? When will it be read by them? कुछ स्पेशल सेंटेंस. It is time to play the match. It is time, इसकी में बनावांगे. It is time for the match to be played. It is time to play the match. It is time for the match to be played. He wants to kill the snake. He wants the snake to be killed. He wants ਨੂੰ ਉਦਾਂ ਹੀ ਰਹਿਣ ਦਿਆਂਗੇ ਆਪਾਂ. He wants the snake to be killed. I know him. He is known to me. ਹੁਣ ਆਪਾਂ by me ਨਹੀਂ ਲਗਾਇਆ ਕਿ known ਦੇ ਨਾਲ to ਲੱਗਦਾ ਹੈ. I know him. He is known to me. His conduct will surprise me. I shall be surprised at his conduct. Surprise ਦੇ ਨਾਲ at, by नहीं लगाना. His conduct will surprise me. I shall be surprised at his conduct. By नहीं, at. May I take your book? May your book be taken by me. May ਦੇ ਨਾਲ first form, ਤਾਂ may be the third form. May I take your book? May your book be taken by. कुछ और sentences. His failure disgusted his parents. Disgusted ਦੇ ਨਾਲ at ਲਾਉਣੇ ਆਪਾਂ. His parents were disgusted at his failure. One should help the poor. One ਨੂੰ ignore ਕਰਾਂਗੇ. The poor should be helped. Should ਦੇ ਨਾਲ be the third form. The poor should be helped. God helps those who help themselves. Special sentence. Those who are helped by themselves are helped by God. God help those who help themselves. Those who are helped by themselves are helped by God. One must endure what one cannot cure.
ਤੇ 1 ਨੂੰ ਇਗਨੋਰ ਕਰਾਂਗੇ ਆਪਾਂ ਤਾਂ what cannot be cured must be endured. What cannot be cured must be endured. They say that honesty is the best policy. ਇਸ ਨੂੰ ਕਿਉਂਕਿ honesty is the best policy ਜਿਹੜਾ ਹੈ ਯੂਨੀਵਰਸਲ ਟਰੁੱਥ ਹੈ, ਇਸ ਕਰਕੇ they say ਨੂੰ ਕਰਾਂਗੇ ਆਪਾਂ it is said that, ਬਾਕੀ honesty is the best policy ਉਸ ਤਰ੍ਹਾਂ ਹੀ ਰਹਿਣ ਦਿਆਂਗੇ. They say that honesty is the best policy. It is said that honesty is the best policy. कुछ और sentences. He had to pay the fine. Had to ਨਾਲ ਆਪਾਂ had to be ਕਰ ਦਿੰਦੇ ਆ. The fine had to be paid by him. He had to pay the fine. The fine had to be paid by him. What does this box contain? What does this box contain? What ਹੁਣ does ਲੱਗਿਆ ਹੈ, first form ਲੱਗੀ ਹੈ, is mr third form ਆਏਗੀ. What is contained? Contained ਦੇ ਨਾਲ in ਲਗਾਨੇ ਆ ਆਪਾਂ, by ਨਹੀਂ. What is contained in this box? Please help me. Help me ਦਾ ਬਣਾਇਆ let me be helped. Please. Please help me. Let me be helped. Please. Please last ਵਿੱਚ ਲਗਾ ਦਿੱਤਾ. I want you to sell this house. I want ਉਸ ਤਰ੍ਹਾਂ ਹੀ ਰਹੇਗਾ ਤੇ ਫਿਰ to ਦੇ ਨਾਲ be ਲੱਗ ਜਾਂਦਾ ਹੈ. I want this house to be sold by you. I want you to sell this house. I want this house to be sold by you. The mill grinds corn. Corn is ground in the mill. Grind ground ਦੇ ਨਾਲ ਆਪਾਂ in ਲਗਾਨੇ ਆ. The mill grinds corn क्योंकि grinds first form है इस करके is mr third form. Corn is ground in the mill. कुछ और sentence. I expect you to help her. Expect. I expect उस तरह ही लावांगे. I expect her to be helped by you. Women like men to adore them. Women like to be adored by men. I expected to finish the work by noon. I expected the work to be finished by noon. One should keep one's promises. One ਨੂੰ ignore ਕਰਦੇ ਹਾਂ ਆਪਾਂ. Promises should be kept. The enemy has captured the city. The city has been captured. Enemy understood है, ਆਪਾਂ ਲਾ ਵੀ ਸਕਦੇ ਹਾਂ by the enemy, ਨਹੀਂ ਵੀ ਲਗਾ ਸਕਦੇ ਤੇ ਕਿਉਂਕਿ understood ਹੈ. The enemy has captured the city. The city has been captured. ਤਾਂ ਇਹ ਸੀ ਐਕਟਿਵ ਐਂਡ ਪੈਸਿਵ ਵੌਇਸ. ਉਮੀਦ ਹੈ ਤੁਹਾਨੂੰ ਅੱਛੀ ਤਰ੍ਹਾਂ ਸਮਝ ਆਇਆ ਹੋਵੇਗਾ ਤੇ ਜੇ ਚੰਗਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਬਾਕੀ ਵੀਡੀਓਜ਼ ਲਈ ਸਾਡੇ ਚੈਨਲ ਹੰਸ ਕੋਚਿੰਗ ਨੂੰ ਸਬਸਕ੍ਰਾਈਬ ਕਰੋ. Thank you for watching.